ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। BC ਵਾਸੀਆਂ ਦੇ ਲਈ ਚੰਗੀ ਖਬਰ ਇਹ ਹੈ ਕਿ BC ਦੇ ਵਿੱਚ ਰੈਸਟੋਰੈਂਟ, ਪਬ, ਨਾਈਟ ਕਲੱਬ ਤੇ ਜਿਹੜੇ ਇਕੱਠ ਸੀਗੇ ਇਨਡੋਰ ਉਹ ਸਾਰੇ ਖੁੱਲ ਚੁੱਕੇ ਨੇ। ਫਿਲਹਾਲ ਜਿਹੜੀ ਇਕੱਠ ਦੀ ਜਿਹੜੀ ਪਾਬੰਦੀ ਸੀਗੀ ਉਹ ਹੁਣ ਨਹੀਂ ਰਹੀ ਹੈ। ਇਸ ਲਈ ਹੁਣ ਵਿਆਹ ਸ਼ਾਦੀਆਂ ਦੇ ਜਿਹੜੇ ਪਾਰਟੀਆਂ ਦੇ ਸਮਾਗਮ ਹੈ ਉਹ ਸ਼ੁਰੂ ਹੋਣ ਜਾ ਰਹੇ ਨੇ। ਪਰ ਇਹ ਜ਼ਰੂਰ ਕਹੀ ਜਾ ਰਹੀ ਹੈ ਕਿ ਕੁਝ ਖੇਤਰਾਂ ਦੇ ਵਿੱਚ ਅਜੇ ਵੀ ਜਿਹੜੇ ਨਿਯਮ ਨੇ ਕੁਝ ਲਾਗੂ ਰਹਿ ਸਕਦੇ ਨੇ, ਜਿਵੇਂ ਕਿ ਮਾਸਕ ਪਾਉਣਾ ਤੇ ਜਿਹੜੀ ਵੈਕਸੀਨੇਸ਼ਨ ਹੈ ਉਹਦਾ ਸਬੂਤ ਦਿਖਾਣਾ। ਸੋ ਕੁਝ ਖੇਤਰਾਂ ਦੇ ਵਿੱਚ ਅਜੇ ਰਹਿ ਸਕਦੇ ਨੇ। ਬਾਕੀ ਕੁੱਲ ਮਿਲਾ ਕੇ ਜ਼ਰੂਰ ਕਹਿ ਸਕਦੇ ਹਾਂ ਕਿ ਹੁਣ ਪਾਰਟੀਆਂ ਕਰਨ ਦਾ ਮੌਕਾ ਆਇਆ, ਪਰ ਫਿਰ ਵੀ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੋਵੇਗੀ। BC ਵਾਸੀਆਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ। ਕੋਵਿਡ-19 ਜਨਤਕ ਸਿਹਤ ਉਪਾਵਾਂ ਨੂੰ ਸੌਖਾ ਬਣਾਉਣ ਦੇ ਲਈ BC ਵੱਲੋਂ ਸਮਰੱਥਾ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਸੀ ਉਹ ਹਟਾ ਲਈਆਂ ਗਈਆਂ ਨੇ। ਪੂਰੇ ਸੂਬੇ ਵਿੱਚ ਇੱਕ ਵਾਰ ਫਿਰ ਇਕੱਠ ਹੋ ਸਕਣਗੇ। ਇਨਡੋਰ ਬੈਠਣਾ, ਰੈਸਟੋਰੈਂਟਾਂ, ਬਾਰਾਂ ਤੇ ਨਾਈਟ ਕਲੱਬਾਂ ਦੇ ਲਈ ਖੁੱਲ੍ਹ ਮਿਲ ਚੁੱਕੀ ਹੈ। ਹਾਲਾਂਕਿ ਕੁਝ ਨਿਯਮ ਅਜੇ ਬਾਕੀ ਨੇ। ਸਮਰੱਥਾ ਸੀਮਾਵਾਂ ਤੇ ਆਰਡਰ ਦੀ ਜਿਹੜੀ ਮਿਆਦ ਹੈ ਉਹ ਜਿਹੜੀ ਫਿਲਹਾਲ ਖਤਮ ਹੋ ਚੁੱਕੀ ਹੈ ਔਰ ਬੁੱਧਵਾਰ ਯਾਨੀ ਅੱਜ ਤੋਂ ਉਹਨਾਂ ਕਾਰੋਬਾਰਾਂ ਦੇ ਲਈ ਦਰਵਾਜ਼ਾ ਖੁੱਲ੍ਹਣਾ ਜਾਂ ਆਮ ਵਾਂਗ ਵਾਪਸੀ ਦੇ ਰਸਤੇ ਤੇ ਸ਼ੁਰੂ ਹੋਣ ਲਈ ਪਾਬੰਦੀਆਂ ਦੁਆਰਾ ਜਿਹੜੀਆਂ ਨੇ ਉਹ ਸਖਤ ਪ੍ਰਭਾਵਿਤ ਹੋਈਆਂ ਨੇ। ਅੰਦਰੂਨੀ ਜਨਤਕ ਥਾਵਾਂ ਤੇ BC ਦੇ ਵਿੱਚ ਅਜੇ ਵੀ ਮਾਸਕ ਦੀ ਲੋੜ ਹੋਵੇਗੀ। ਵੈਕਸੀਨ ਕਾਰਡ ਵੀ ਅਜੇ ਵੀ ਉਹਨਾਂ ਸੈਟਿੰਗਾਂ ਦੇ ਵਿੱਚ ਲੋੜ ਹੋਵੇਗੀ ਜਿੱਥੇ ਉਹ ਪਹਿਲਾਂ ਸਨ। ਹਾਲਾਂਕਿ ਉਪਾਵਾਂ ਨੂੰ ਸੌਖਾ ਕਰਨ ਦਾ ਮਤਲਬ ਇਹ ਹੈ ਕਿ ਵਿਆਹ ਦੇ ਮਹਿਮਾਨ ਇੱਕ ਵਾਰ ਫਿਰ ਡਾਂਸ ਫਲੋਰ ਤੇ ਜਿਮ, ਖੇਡ ਸਮਾਗਮ, ਡਾਂਸ ਤੇ ਤੈਰਾਕੀ ਦੇ ਵਿੱਚ ਵਾਪਸ ਜਾ ਸਕਦੇ ਨੇ। ਇਸ ਦਾ ਇਹ ਵੀ ਮਤਲਬ ਹੈ ਕਿ ਰੈਸਟੋਰੈਂਟਾਂ, ਬਾਰਾਂ ਤੇ ਨਾਈਟ ਕਲੱਬਾਂ ਨੂੰ ਲਾਗੂ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਮਹਿਮਾਨਾਂ ਨੂੰ ਇੱਕ ਵਾਰ ਫਿਰ ਇਕੱਠੇ ਹੋਣ ਤੇ ਨੱਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕਈਆਂ ਨੂੰ ਅਜੇ ਵੀ ਨੱਚਦੇ ਹੋਏ ਟੀਕਾਕਰਨ ਸਬੂਤ ਜਿਹੜੇ ਨੇ ਉਹ ਦਿਖਾਉਣੇ ਪੈਣਗੇ ਤੇ ਮਾਸਕ ਅਪ ਕਰਨ ਦੀ ਵੀ ਲੋੜ ਹੋਵੇਗੀ। ਪ੍ਰੀਮੀਅਰ ਜੌਨ ਹੌਰਗਨ ਨੇ ਪਹਿਲਾਂ ਵੈਕਸੀਨ ਪਾਸਪੋਰਟਾਂ ਬਾਰੇ ਕਿਹਾ ਸੀ ਕਿ ਇਹ ਲੋਕਾਂ ਨੂੰ ਆਰਾਮ ਦਿੰਦਾ ਹੈ ਜਦੋਂ ਉਹ ਸੈਟਿੰਗਾਂ ਖਾਸ ਕਰਕੇ ਬੈਠੇ ਹੋਏ ਸਮਾਗਮਾਂ ਦੇ ਵਿੱਚ ਜਾਂਦੇ ਨੇ ਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਆਪਣੀ ਰੱਖਿਆ ਲਈ ਉਹੀ ਉਪਾਅ ਕੀਤੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਲੋਕ ਕਈ ਮੋਰਚਿਆਂ ਤੇ ਬਾਹਰੀ ਹੋਣ ਦੇ ਲਈ ਆਰਾਮ ਦੇ ਰਹੇ ਨੇ ਤੇ ਅਸੀਂ ਅਜਿਹਾ ਇਸ ਲਈ ਕੀਤਾ ਕਿਉਂਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਦੀਆਂ ਪਿਛਲੇ 2 ਸਾਲਾਂ ਵਿੱਚ ਕੀਤੀਆਂ ਕੁਰਬਾਨੀਆਂ ਵਿਅਰਥ ਨਾ ਜਾਣ। ਪਾਬੰਦੀਆਂ ਲੰਮੇ ਸਮੇਂ ਦੀ ਦੇਖਭਾਲ ਦੇ ਬਜ਼ੁਰਗਾਂ ਦੀ ਸਹਾਇਤਾ ਪ੍ਰਾਪਤ ਰਹਿਣ ਦੀਆਂ ਸਹੂਲਤਾਂ ਤੇ ਰਹਿੰਦੀਆਂ ਨੇ, ਜਿਵੇਂ ਕਿ ਉਹ ਪੂਜਾ ਪਾਠ ਸੇਵਾਵਾਂ ਲਈ ਲਗਭਗ ਸਮਰੱਥਾ ਸੇਵਾਵਾਂ ਲਈ ਜਾਰੀ ਰੱਖਦੇ ਨੇ। ਸਕੂਲ ਤੇ ਬੱਚਿਆਂ ਦੀ ਦੇਖਭਾਲ ਦੇ ਦਿਸ਼ਾ ਨਿਰਦੇਸ਼ ਵੀ ਲਾਗੂ ਨੇ, ਜਿਵੇਂ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਰਾਤ ਦੇ ਕੈਂਪਾਂ ਤੇ ਕੁਝ ਸਮਾਗਮਾਂ ਤੇ ਪਾਬੰਦੀਆਂ ਨੇ। ਪ੍ਰੋਵਿੰਸ਼ੀਅਲ ਹੈਲਥ ਅਫਸਰ ਬੌਨੀ ਹੈਨਰੀ ਨੇ ਕਿਹਾ ਹੈ ਕਿ ਪ੍ਰੋਵਿੰਸ 15 ਮਾਰਚ ਤੱਕ ਉਹਨਾਂ ਉਪਾਵਾਂ ਦੀ ਸਮੀਖਿਆ ਕਰੇਗਾ ਤੇ ਇੱਕ ਅਪਡੇਟ ਪ੍ਰਦਾਨ ਕਰੇਗਾ। 12 ਅਪ੍ਰੈਲ ਨੂੰ ਉਹਨਾਂ ਦੀ ਦੁਬਾਰਾ ਮੁਲਾਕਾਤ ਜਿਹੜੀ ਆ ਉਹ ਕੀਤੀ ਜਾਏਗੀ। ਨਿਊਜ਼ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸੋ ICBC ਜਿਵੇਂ ਹੀ ਆਨਲਾਈਨ ਹੋਈ ਤਾਂ ਇਸ ਦੀ ਗੱਲ ਜਿਵੇਂ 12 ਤੱਕ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਉੱਠ ਰਹੇ ਸੀ, ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਇੰਸ਼ੋਰੈਂਸ ਲਾਜ਼ਮੀ ਹੁੰਦੀਆਂ ਨੇ। ਇਹਨਾਂ ਇੰਸ਼ੋਰੈਂਸ ਸੰਬੰਧੀ ਜਿਹੜੀ ਹੈ ਉਹ ਵੱਖ-ਵੱਖ ਪਲੇਟਫਾਰਮ ਤੋਂ ਤਰ੍ਹਾਂ ਦੀ ਜਾਣਕਾਰੀ ਵੀ ਮਿਲ ਰਹੀ ਹੈ। ਪਰ ਜਿਹੜੇ ਲੋਕ ਆਨਲਾਈਨ ਜਿਹੜੇ ਹੈ ਨਹੀਂ ਜਾ ਸਕਦੇ ਆਪਣੀ ਇੰਸ਼ੋਰੈਂਸ ਸੰਬੰਧੀ ਲਿਖਤ ਪੜ੍ਹਤ ਕਰਨ ਦੇ ਲਈ, ਤੇ ਉਹਨਾਂ ਦੇ ਲਈ AMC ਨੇ ਖਾਸ ਤੌਰ ਦੇ ਉੱਤੇ ਸੇਵਾਵਾਂ ਜਿਹੜੀਆਂ ਨੇ ਉਹ ਆਪਣੀਆਂ ਉਪਲਬਧ ਰੱਖੀਆਂ ਹੋਈਆਂ ਨੇ। ਆਓ ਦੇਖਦੇ ਹਾਂ ਇਸ ਸੰਬੰਧੀ AMC ਦਾ ਕੀ ਕੁਝ ਕਹਿਣਾ ਹੈ। ਗੁਰਨੀਤ, ICBC ਨੇ ਕੁਝ ਚੇਂਜਸ ਕੀਤੀਆਂ ਨੇ, ਉਹਨਾਂ ਬਾਰੇ ਤੁਸੀਂ ਸਾਨੂੰ ਦੱਸੋ। ਹਾਂਜੀ, ਐਜ਼ ਯੂ ਨੋ ਆਪਣੇ ਹੁਣ ਆਲਰੇਡੀ ਐਡਵਰਟਾਈਜ਼ ਚੱਲ ਰਹੀਆਂ ਅਸੀਂ May 1 ਤੋਂ ICBC ਆਨਲਾਈਨ ਜਾ ਰਹੀ ਹੈਗੀ ਆ। ਸੋ ਉਹਦੇ ਵਿੱਚ ICBC ਤੁਸੀਂ ਕੋਈ ਵੀ ਇੰਸ਼ੋਰੈਂਸ ਕਰਾਉਣੀ ਜਿਹੜੀ ICBC ਦੇ ਥਰੂ ਤੁਸੀਂ ਘਰੋਂ ਵੀ ਕਰ ਸਕਦੇ ਆ। ਕੁਝ ਡੈਕਲਸ ਬਾਰੇ ਕੁਝ ਚੇਂਜਸ ਕੀਤੀਆਂ ਹੈਗੀਆਂ ਨੇ ਇਹਨਾਂ ਨੇ। ਹਾਂਜੀ, ਜਿਹੜੇ ਡੈਕਲਸ ਆ ਹੁਣ ਨੋ ਲੋਂਗਰ ਵੀ ਅਵੇਲੇਬਲ ਇਫੈਕਟਿਵ May 1 ਦੇਰ ਵਿਲ ਬੀ ਨੋ ਡੈਕਲਸ ਅਵੇਲੇਬਲ। ਸੋ ਉਹਦੇ 'ਚ ਕੋਈ ਤੁਹਾਡੀ ਪਲੇਟ ਦੇ ਉੱਤੇ ਡੈਕਲ ਨਹੀਂ ਲੱਗਣਾ। ਸੋ ਜਿਹੜੀਆਂ ਵੀ ਇੰਸ਼ੋਰੈਂਸ ਰਿਨੂਅਲ ਹੋਣਗੀਆਂ ਇਫੈਕਟਿਵ May 1 ਉਹਨਾਂ 'ਤੇ ਕੋਈ ਵੀ ਡੈਕਲ ਨਹੀਂ ਲੱਗਿਆ ਜਾਊਗਾ। ਅਤੇ ICBC ਐਕਚੁਅਲੀ ਉਸ ਜਿੰਨੇ ਵੀ ਲਾਅ ਇਨਫੋਰਸਮੈਂਟ ਆ ਅਤੇ ਜਿੰਨੇ ਵੀ ਪੁਲਿਸ ਦੀਆਂ ਕਾਰਸ ਹੈਗੀਆਂ ਉਹਨਾਂ 'ਤੇ ਰਿਪਲੇਸ ਕਰ ਰਹੇ ਆ ਸਾਰੇ ਉਹਨਾਂ ਦੇ ਆਟੋਮੀਟਰ। ਸੋ ਦੇਰ ਵਿਲ ਬੀ ਨੋ ਇਸ਼ੂ ਵਿਦ ਦ ਟਿਕਟਿੰਗ। ਜਿਹੜਾ ਟਿਕਟ ਨਾ ਦੇਊਗਾ ਕੋਈ ਵੀ ਤੁਹਾਨੂੰ, ਹੈ ਨਾ, ਜੇ ਤੁਹਾਡੇ ਉੱਤੇ ਡੈਕਲ ਨਹੀਂ ਲੱਗੇ। ਜਿੱਦਾਂ ਹੁਣ ਇਸ ਵੇਲੇ ਕਰੰਟ ਪੋਜੀਸ਼ਨ ਦੇ ਵਿੱਚ ਹੈ, ਜੇ ਤੁਹਾਡਾ ਡੈਕਲ ਨਹੀਂ ਲੱਗਿਆ ਪੁਲਿਸ ਵਾਲਾ ਤੁਹਾਨੂੰ ਰੋਕ ਕੇ ਟਿਕਟ ਦੇ ਸਕਦਾ ਆ। ਅਤੇ ਇਫੈਕਟਿਵ May 1 ਅਤੇ ਤੁਹਾਨੂੰ ਕੋਈ ਵੀ ਡੈਕਲ ਲੋੜ ਨਹੀਂ ਹੈਗੀ, ਨਾ ਹੀ ਤੁਹਾਨੂੰ ਕਿਤੋਂ ਮਿਲਣਾ ਹੈ। ਜੇ ਤੁਹਾਡਾ ਕਰੰਟ ਪਾਲਿਸੀ 'ਤੇ ਡੈਕਲ ਗਵਾਚ ਵੀ ਜਾਂਦਾ ਜਿੱਦਾਂ ਅੱਗੇ ਸੀਗਾ, ਅਤੇ ਉਹਦੇ ਲਈ ਵੀ ਤੁਹਾਨੂੰ ਦੁਬਾਰਾ ਰਿਪਲੇਸ ਕਰਾਉਣ ਦੀ ਲੋੜ ਨਹੀਂ ਹੈਗੀ। ਅਤੇ ਜੇ ਗਵਾਚ ਗਿਆ ਅਤੇ ਦੈਨ ਐਜ਼ ਲੌਂਗ ਯੂ ਹੈਵ ਅ ਪਲੇਟ ਔਨ ਇਟ ਦੈਟ ਵਿਲ ਬੀ ਵੈਲਿਡ। ਇਹ ਕਲਾਇੰਟ ਘਰ ਬਹਿ ਕੇ ਆਪਣੀ ਇੰਸ਼ੋਰੈਂਸ ਕਰ ਸਕਦਾ ਹੈਗਾ। ਇਹਦੇ ਨਾਲ ਬ੍ਰੋਕਰਸ ਨੂੰ ਕੀ ਇਫੈਕਟ ਪਿਆ, ਜਾਂ ਕਲਾਇੰਟ ਅਤੇ ਬ੍ਰੋਕਰ ਦੀ ਹੁਣ ਮੀਟਿੰਗ ਟੁੱਟ ਗਈ ਹੈ ਜਾਂ ਰਿਲੇਸ਼ਨ ਰਿਹਾ ਨਹੀਂ? ਨਹੀਂ, ਬ੍ਰੋਕਰ ਇਜ਼ ਸਟਿਲ ਦੇਅਰ। ਜਦੋਂ ਵੀ
ਕਲਾਇੰਟ ਆਪਣੀ ਆਨਲਾਈਨ ਰਿਨਿਊਅਲ ਕਰੂਗਾ ਦੇ ਹੈਵ ਟੂ ਸਿਲੈਕਟ ਦ ਬ੍ਰੋਕਰ, ਔਰ ਜਿਹੜਾ ਵੀ ਬ੍ਰੋਕਰ ਨਾਲ ਉਹਨਾਂ ਨੇ ਲਾਸਟ ਈਅਰ ਪ੍ਰੀਵੀਅਸ ਈਅਰ ਰਿਨਿਊਅਲ ਕਰਾਈ ਹੋਊਗੀ ਉਹਨਾਂ ਦਾ ਨਾਂ ਉੱਥੇ ਡਿਸਪਲੇ ਹੋਇਆ ਹੋਊਗਾ, ਜਾਂ ਲਾਸਟ 3 ਇਅਰਸ ਜਿਹੜੇ ਬ੍ਰੋਕਰ ਨਾਲ ਉਹਨਾਂ ਨੇ ਕੰਟੈਕਟ ਕੀਤਾ ਜਾਂ ਜਿਨ੍ਹਾਂ ਤੋਂ ਉਹਨਾਂ ਨੇ ਸਰਵਿਸ ਲਈ ਆ ਉਹਨਾਂ ਦਾ ਨਾਂ ਸਿਲੈਕਟ ਕਰਨਾ ਪੈਣਾ ਤੁਹਾਨੂੰ ਵੀ ਕਿਹੜੇ ਬ੍ਰੋਕਰ ਦਾ ਦੇ ਥਰੂ ਤੁਸੀਂ ਜਾਣਾ ਆ। ਜੇ ਕੋਈ ਵੀ ਡੂਰਿੰਗ ਦਾ ਟ੍ਰਾਂਜੈਕਸ਼ਨ ਜਾਂ ਬਿਫੋਰ ਔਰ ਆਫਟਰ ਤੇ ਤੁਹਾਨੂੰ ਕੋਈ ਵੀ ਕੁਐਰੀ ਹੈਗੀ ਆ, ਤੁਸੀਂ ਉਹ ਬ੍ਰੋਕਰ ਨੂੰ ਕਾਲ ਕਰਕੇ ਕਦੀ ਵੀ ਡਿਊਰੇਸ਼ਨ ਔਰ ਆਫਟਰ ਦੈਟ ਤੁਸੀਂ ਉਹ ਕਲੀਅਰ ਕਰ ਸਕਦੇ ਆ। ਸੋ ਯੈਸ ਵੀ ਹੈਵ, ਜੇ ਤੁਸੀਂ ਕਿਤੇ ਸਟਕ ਹੋ ਗਏ ਆ ਯੂ ਡੋਨਟ ਨੋ ਕਿੱਦਾਂ ਕਰਨਾ ਆ, ਵੀ ਆਲਸੋ ਕੈਨ ਟੇਕ ਓਵਰ ਐਂਡ ਕੰਪਲੀਟ ਦ ਟ੍ਰਾਂਜੈਕਸ਼ਨ ਫॉर ਯੂ। ਯੈਸ ਥੋੜ੍ਹਾ ਜਿਹਾ ਇਨੀਸ਼ੀਅਲੀ ਤੁਹਾਨੂੰ ਹੈਗਾ ਆ, ਜੇ ਤੁਸੀਂ ਜਾਣਦੇ ਆ ਯੂ ਡੋਨਟ ਨੋ ਕਿ ਤੁਸੀਂ ਐਡ ਕਰਨਾ ਨਹੀਂ, ਕੁਛ ਤੁਸੀਂ ਰਿਮੂਵ ਕਰਨਾ ਸੀਗਾ ਐਂਡ ਤੁਹਾਨੂੰ ਫੁੱਲ ਨੌਲੇਜ ਨਹੀਂ ਹੈਗੀ, ਇਸ ਲਈ ਤੁਹਾਨੂੰ ਸਾਡੀ ਅਸਿਸਟੈਂਟ ਦੀ ਲੋੜ ਪੈਣੀ ਆ। ਜਿਹੜੇ ਬੰਦੇ ਕੰਪਿਊਟਰ ਨਹੀਂ ਯੂਜ਼ ਕਰ ਸਕਦੇ ਹੈਗੇ ਜਾਂ ਫੋਨ, ਕੁਛ ਬਜ਼ੁਰਗ ਨੇ ਜਿਹੜੇ ਟੈਕਨੋਲੋਜੀ ਵਾਈਜ਼ ਉਹਨੇ ਨਹੀਂ ਸਟਰੋਂਗ ਹੈਗੇ, ਉਹਨਾਂ ਦੀ AMC ਇੰਸ਼ੋਰੈਂਸ ਕਿਵੇਂ ਹੈਲਪ ਕਰ ਰਹੇ? ਸੋ ਅਸੀਂ ਸਰਵਿਸ ਸੇਮ ਤਰ੍ਹਾਂ ਦਿੰਦੇ ਰਵਾਂਗੇ। ਜਦੋਂ ਵੀ ਕਿਸੇ ਵੀ ਨੂੰ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਆਨਲਾਈਨ ਹੀ ਜਾਣਾ ਪੈਣਾ ਆ, ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਉਹ ਆਲਵੇਜ਼ ਇੱਦਾਂ ਹੀ ਅਵੇਲੇਬਲ ਰਹਿਣੀਆਂ ਹੈਗੀਆਂ। ਦੈਟ ਇਜ਼ ਦ ਐਕਸਟਰਾ ਫੀਚਰ ਐਡਡ into ICBC because in modernized world ICBC also wanted to go online and then give everyone opportunity to renew it on their own timing. So otherwise we are always there। ਤੁਹਾਨੂੰ ਸਰਵਿਸ ਇਨ ਹਾਊਸ ਸਰਵਿਸ ਦੀ ਲੋੜ ਹੈਗੀ ਆ ਜਾਂ ਤੁਹਾਨੂੰ ਅਸੀਂ ਆਫਿਸ 'ਚ ਆਉਣਾ ਅਸੀਂ ਤੁਹਾਨੂੰ ਕੰਸਲਟੇਸ਼ਨ 1-on-1 ਕੰਸਲਟੇਸ਼ਨ ਕਰਕੇ ਸਹੀ ਤਰ੍ਹਾਂ ਸਮਝਾ ਕੇ ਪਾਲਿਸੀ ਵੇਚ ਸਕਦੇ ਆ। ਅਗੇਨ ਆਨਲਾਈਨ ਦੇ ਵਿੱਚ ਕਈ ਰਿਸਟ੍ਰਿਕਸ਼ਨ ਸਟਿਲ ਹੈਗੀਆਂ ਆ, ਲਾਈਕ ਤੁਸੀਂ ਕੋਈ ਕਵਰੇਜ ਐਡ ਜਾਂ ਡਿਲੀਟ ਨਹੀਂ ਕਰ ਸਕਦੇ, ਐਜ਼ ਇਟ ਇਜ਼ ਰਿਨਿਊਅਲ ਹੀ ਕਰ ਸਕਦੇ ਆ, because only driver add ਕਰ ਸਕਦੇ ਆ, no other feature। so any other type of policies you have to see and consult us, like ਕਿਸੇ ਨੇ collision add ਕਰਨੀ ਆ, ਕਿਸੇ ਨੇ collision remove ਕਰਨੀ ਆ, then you have to contact। ਕੋਈ ਕਾਰ ਬਾਈ ਕਰ ਰਿਹਾ ਹੈ, ਕੋਈ ਕਾਰ ਸੈਲ ਕਰ ਰਿਹਾ ਹੈ, you have to contact us। only simple renewal is available online। ਜੇ ਕਿਸੇ ਨੇ AMC ਨੂੰ ਕੰਟੈਕਟ ਕਰਨਾ, ਕਿਹਨੂੰ ਤੇ ਕਿੱਥੇ ਕੰਟੈਕਟ ਕਰ ਸਕਦਾ? ਸਾਡੀਆਂ 9 ਬ੍ਰਾਂਚਸ ਆਲ ਓਵਰ BC। ਸਾਡਾ ਸਰੀ ਦਾ ਆਫਿਸ ਐਟ York Business Center 128 and 80th Avenue in York Business Center near the 80th Avenue, and you can always contact us 604-507-6666, and our office is open 7 days a week 9 to 9, and you can contact AMC Insurance anytime। ਹੁਣ ਟੈਕਸਾਂ ਦਾ ਜਦੋਂ ਸਮਾਂ ਨਜ਼ਦੀਕ ਆਉਂਦਾ ਨਾ ਤਾਂ ਹਮੇਸ਼ਾ ਜਿਹੜੇ ਫਰਾਡ ਜਿਹੜੇ ਹੁੰਦੇ ਨੇ, ਸਕੈਮ ਜਿਹੜੇ ਹੁੰਦੇ ਨੇ, ਉਹ ਵੀ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੇ ਨੇ। ਜ਼ਾਹਿਰ ਜੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੇ ਫੋਨਸ ਦੇ ਉੱਤੇ ਵੀ ਕੁਝ ਇਸ ਤਰ੍ਹਾਂ ਦੀਆਂ ਫਰਾਡ ਕਾਲਸ ਜਿਹੜੀਆਂ ਨੇ ਜਾਂ ਮੈਸੇजेस ਜਾਂ ਟੈਕਸਟ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਹੋਣਗੇ, ਜਿਹਦੇ ਬਾਰੇ ਕਦੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਸਕੈਮ ਹੈ ਜਾਂ ਉਹ ਗਲਤ ਹੈ, ਪਰ ਇਸ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋਏਗਾ, ਜਿਸ ਲਈ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਸਾਵਧਾਨੀ ਜ਼ਰੂਰ ਵਰਤੋ। ਜਿਵੇਂ ਕਿ ਟੈਕਸ ਸੀਜ਼ਨ ਹੁਣ ਸ਼ੁਰੂ ਹੋਇਆ ਤਾਂ ਬੈਟਰ ਬਿਜ਼ਨਸ ਬਿਊਰੋ ਕੈਨੇਡੀਅਨਾਂ ਨੂੰ ਘੁਟਾਲਿਆਂ ਤੋਂ ਸਾਵਧਾਨ ਰਹਿਣ ਦੀ ਯਾਦ ਦਿਵਾਉਂਦਾ ਹੈ। ਜਿਵੇਂ ਕਿ 2021 ਦਾ ਟੈਕਸ ਜਿਹੜਾ ਸੀਜ਼ਨ ਉਹ ਚੱਲ ਰਿਹਾ ਹੈ ਤਾਂ ਕੈਨੇਡਾ ਭਰ ਦੇ ਵਿੱਚ ਬੈਟਰ ਬਿਜ਼ਨਸ ਬਿਊਰੋਜ਼ ਯਾਨੀ BBB ਲੋਕਾਂ ਨੂੰ ਟੈਕਸ ਘੁਟਾਲਿਆਂ ਤੋਂ ਸੁਚੇਤ ਰਹਿਣ ਦੀ ਯਾਦ ਕਰਵਾ ਰਹੇ ਨੇ, ਜੋ ਉਹਨਾਂ ਦੀ ਪਛਾਣ ਤੇ ਬੱਚਤਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ। ਆਨਲਾਈਨ ਟੈਕਸ ਫਿਲਿੰਗ 21 ਫਰਵਰੀ ਨੂੰ ਖੁੱਲ੍ਹਦੀ ਹੈ ਤੇ ਜਦੋਂ ਆਨਲਾਈਨ ਫਿਲਿੰਗ ਨੂੰ ਆਮ ਤੌਰ ਤੇ ਤੇਜ਼ ਤੇ ਵਧੇਰੇ ਸੁਵਿਧਾਜਨਕ ਮੰਨਿਆ ਜਾਂਦਾ ਹੈ ਤਾਂ BBB ਮੁਤਾਬਕ ਇਹ ਘਪਲੇ ਕਲਾਕਾਰਾਂ ਦੇ ਲਈ ਮੌਕੇ ਦਾ ਜਾਲ ਵੀ ਵੱਡਾ ਕਰ ਦਿੰਦਾ ਹੈ। BBB ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਲਿਖਿਆ ਕਿ ਕੈਨੇਡੀਅਨਾਂ ਨੂੰ ਨੁਕਸਾਨ ਕਰਨ ਵਾਲੇ ਲਿੰਕਾਂ ਵਾਲੀਆਂ ਫਿਲਿੰਗ ਈਮੇਲਾਂ ਤੇ ਜਾਲੀ ਕੈਨੇਡਾ ਰੈਵਨਿਊ ਏਜੰਸੀ CRA ਦੀਆਂ ਵੈਬਸਾਈਟਾਂ ਜਾਂ ਨਿੱਜੀ ਜਾਣਕਾਰੀ ਮੰਗਣ ਵਾਲੀਆਂ ਕਾਲਾਂ ਤੋਂ ਧਿਆਨ ਰੱਖਣਾ ਚਾਹੀਦਾ ਹੈ। ਟੈਕਸ ਕਰਤਾਵਾਂ ਨੂੰ ਸੰਚਾਰ ਤੇ ਕਿਸੇ ਵੀ ਗੈਰ ਰਵਾਇਤੀ ਤਰੀਕਿਆਂ ਜਿਵੇਂ ਕਿ ਟੈਕਸਟ ਜਾਂ ਫਿਰ ਸੋਸ਼ਲ ਮੀਡੀਆ ਸੰਦੇਸ਼ਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ। ਆਪਣੀ ਵੈਬਸਾਈਟ ਤੇ CRA ਨੋਟ ਕਰਦਾ ਹੈ ਕਿ ਇਹ ਸੰਭਵ ਹੈ ਕਿ ਇਸ ਦਾ ਸਟਾਫ ਕੈਨੇਡੀਅਨਾਂ ਨੂੰ ਉਹਨਾਂ ਦੇ ਟੈਕਸ ਦੇ ਲਾਭ ਦੀਆਂ ਸਥਿਤੀਆਂ ਤੇ ਚਰਚਾ ਕਰਨ ਲਈ ਕਾਲ ਕਰ ਸਕਦਾ ਹੈ। ਕਾਲਾਂ ਦੇ ਸੰਭਾਵਤ ਕਾਰਨਾਂ ਦੇ ਵਿੱਚ CRA ਦਾ ਬਕਾਇਆ ਪੈਸਾ, ਗੁੰਮ ਹੋਏ ਟੈਕਸ ਰਿਟਰਨ ਤੇ ਨਵੀਂ ਕਾਰੋਬਾਰੀ ਰਜਿਸਟ੍ਰੇਸ਼ਨ, ਜਮ੍ਹਾਂ ਕਰਾਏ ਗਏ ਟੈਕਸ ਤੇ ਲਾਭ ਦਸਤਾਵੇਜ਼ ਜਾਂ ਕਾਰਪੋਰੇਟ ਰਿਟਰਨ ਬਾਰੇ ਵੀ ਸਵਾਲ ਸ਼ਾਮਿਲ ਨੇ। ਫਿਲਹਾਲ ਸਮਾਂ ਹੋ ਚਲਿਆ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਮਾਂ ਬੋਲੀ ਜਿਹੜਾ ਦਿਵਸ ਉਹ ਆਉਣ ਵਾਲਾ ਹੈ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ
ਕਿੰਨੀ ਕੁ ਜ਼ਿਆਦਾ ਉਜਾਗਰਤਾ ਜਿਹੜੀ ਹੋ ਰਹੀ ਹੈ, ਕਿੰਨਾ ਕੁ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਨੂੰ ਹੋਰ ਜਿਹੜਾ ਹੈ ਉਹ ਮਕਬੂਲ ਕਰਨ ਦੇ ਲਈ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਇਹ ਕਿੰਨੀ ਕੁ ਮਕਬੂਲ ਹੋ ਚੁੱਕੀ ਹੈ। ਇਸ ਸੰਬੰਧੀ ਗੱਲਬਾਤ ਕੀਤੀ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਿੰਘ ਨੇ। ਆਓ ਦੇਖਦੇ ਹਾਂ ਕਿ ਕੁਝ ਇਸ ਸੰਬੰਧੀ ਉਹਨਾਂ ਨੇ ਜਾਣਕਾਰੀ ਲਈ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ ਨੂੰ ਮਨਾਇਆ ਜਾਂਦਾ। ਅਸੀਂ ਪੰਜਾਬ ਦੇ ਵਿੱਚ ਜਨਮ ਲੈ ਕੇ ਕੈਨੇਡਾ ਦੇ ਵਿੱਚ ਆਏ ਹਾਂ। ਅੰਗਰੇਜ਼ੀ ਨਾਲ ਸਾਡਾ ਇੱਥੇ ਵਾਹ ਪਿਆ। ਪੰਜਾਬੀ ਬਹੁਤ ਹੱਦ ਤੱਕ ਇੱਥੇ ਆ ਕੇ ਉਹਨੇ ਤਰੱਕੀ ਕੀਤੀ ਆ। ਸਾਰਾ ਕੰਮ ਪੰਜਾਬੀ ਦੇ ਵਿੱਚ, ਜੇ ਕੋਈ ਸਾਰੀ ਉਮਰ ਵੀ ਇੱਥੇ ਰਹਿ ਕੇ ਅੰਗਰੇਜ਼ੀ ਨਾ ਬੋਲੇ ਤਾਂ ਉਹਦਾ ਸਰ ਸਕਦਾ, ਉਹ ਨੌਕਰੀ ਵੀ ਕਰ ਸਕਦਾ। ਇਸ ਤਰ੍ਹਾਂ ਦੇ ਹਾਲਾਤ ਨੇ। ਸਕੂਲਾਂ ਦੇ ਵਿੱਚ ਵੀ ਪੰਜਾਬੀ ਆ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਉੱਚ ਪੱਧਰ ਤੱਕ ਪੜ੍ਹਾਈ ਜਾਂਦੀ ਆ। ਇਹਦੇ ਲਈ ਪੰਜਾਬੀ ਲਈ ਇਹ ਜ਼ਰੂਰੀ ਕਿਉਂ ਆ ਇੱਥੇ ਪੰਜਾਬੀ? ਜਿਹੜੇ ਅਗਲੀ ਪੀੜ੍ਹੀ ਦੇ ਬੱਚੇ ਆ ਸਕੂਲਾਂ ਦੇ ਵਿੱਚ, ਕੀ ਉਹਨਾਂ ਦੀ ਮਾਂ ਬੋਲੀ ਪੰਜਾਬੀ ਆ? ਉਹਨਾਂ ਨੂੰ ਪੰਜਾਬੀ ਘਰਾਂ ਦੇ ਵਿੱਚ ਆਪਣੇ ਆਪ ਬੋਲਚਾਲ 'ਚ ਆਈ ਜਾਂਦੀ ਆ। ਉਹਨਾਂ ਨੂੰ ਦੂਜੀ ਭਾਸ਼ਾ ਫਰੈਂਚ ਸਿਖਾਉਣੀ ਚਾਹੀਦੀ ਹੈ ਅੰਗਰੇਜ਼ੀ ਦੇ ਨਾਲ। ਪੰਜਾਬੀ ਦੇ ਫਾਇਦੇ ਕੀ ਆ, ਕਿਉਂ ਜ਼ਰੂਰੀ ਆ ਸਾਡੇ ਲਈ? ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ 21 ਤਰੀਕ ਨੂੰ ਆ, ਉਹਦੀ ਸੈਲੀਬ੍ਰੇਸ਼ਨ ਪਲੀ ਕਿਸ ਤਰੀਕੇ ਨਾਲ ਕਰ ਰਹੀ ਹੈ, ਇਹਦੇ ਸੰਬੰਧੀ ਗੱਲਬਾਤ ਕਰਨ ਲਈ ਅਸੀਂ ਬਲਵੰਤ ਸੰਘੇੜਾ ਜੀ ਕੋਲ ਆਏ ਹਾਂ। ਸੰਘੇੜਾ ਸਾਹਿਬ, ਪਹਿਲਾਂ ਤਾਂ ਦੱਸਿਓ ਕਿ ਜਿਹੜੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ, ਇਹ ਕਦੋਂ ਮਨਾਇਆ ਜਾ ਰਿਹਾ ਪਲੀ ਵੱਲੋਂ ਜੀ? ਹਾਂਜੀ, ਇਹ 27 ਫਰਵਰੀ ਨੂੰ ਐਤਵਾਰ ਹੈ, 1:30 ਵਜੇ ਤੋਂ 4 ਵਜੇ ਤੱਕ। ਤੇ ਐਤਕੀ ਕਰੋਨਾ ਵਾਇਰਸ ਕਰਕੇ ਅਸੀਂ ਜ਼ੂਮ ਤੇ ਮਨਾ ਰਹੇ ਹਾਂ। ਸੋ ਇਹ ਜਿਹੜਾ ਦਿਨ ਆ, ਜਿਸ ਕਾਰਨ 1999 ਵਿੱਚ ਸ਼ੁਰੂ ਹੋਇਆ, ਕਿਉਂਕਿ ਬੰਗਾਲੀ ਕਮਿਊਨਿਟੀ ਹੈ ਜਿਹੜੀ, ਉਹ ਆਪਣੀ ਮਾਂ ਬੋਲੀ ਲਈ ਬਹੁਤ ਜਿੱਦਾਂ ਵਚਨਬੱਧ ਆ। ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਕਿਉਂਕਿ ਪਾਕਿਸਤਾਨ ਜਦ ਬਣਿਆ ਨਾ, ਇੱਥੇ ਦੋ ਪਾਕਿਸਤਾਨ, ਈਸਟ ਪਾਕਿਸਤਾਨ 'ਚ ਜਿਹੜਾ ਬੰਗਲਾਦੇਸ਼ ਜਿਹਨੂੰ ਕਹਿੰਦੇ ਆਪਾਂ, ਉੱਥੇ ਵੀ ਉਰਦੂ ਉਹਨੀ ਅਫੀਸ਼ੀਅਲ ਲੈਂਗੁਏਜ ਲਾਈ ਸੀ। ਲੇਕਿਨ ਬੰਗਾਲੀ ਕਹਿੰਦੇ ਵੀ ਸਾਡਾ ਇੱਥੇ ਜਿਹੜਾ ਈਸਟ ਪਾਕਿਸਤਾਨ ਜਿਹੜਾ ਬੰਗਲਾਦੇਸ਼ ਆ, ਇੱਥੇ ਬੰਗਲਾ ਚਾਹੀਦੀ ਆ ਮੇਨ ਲੈਂਗੁਏਜ। ਸੋ ਉਹਨੇ ਕੁਰਬਾਨੀਆਂ ਵੀ ਕੀਤੀਆਂ ਔਰ ਰੈਕਗਨਾਈਜ਼ ਵੀ ਹੋ ਗਏ। ਸੋ ਇਸ ਵੇਲੇ ਬੰਗਾਲ 'ਚ ਬੰਗਲਾਦੇਸ਼ 'ਚ ਬੰਗਾਲੀ ਆ। ਔਰ ਉਹਨੇ UN ਨੂੰ ਅਪਰੋਚ ਕੀਤਾ। ਯੂਨਾਈਟਿਡ ਨੇਸ਼ਨਸ ਨੇ 1999 ਵਿੱਚ ਇਸ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਬਣਾਤਾ 21 ਫਰਵਰੀ ਆਫੀਸ਼ੀਅਲੀ। ਸਾਰੀ ਦੁਨੀਆ 'ਚ 21 ਫਰਵਰੀ ਨੂੰ ਹਰ ਇੱਕ ਕਮਿਊਨਿਟੀ ਆਪਣੀ ਮਾਂ ਬੋਲੀ ਦਾ ਦਿਨ ਮਨਾਉਂਦੀ ਆ। ਸੋ ਅਸੀਂ ਵੀ ਸਾਡਾ 19ਵਾਂ ਆ ਮਾਂ ਬੋਲੀ ਦਿਨ, ਅਤੇ ਅਸੀਂ ਹਰ ਸਾਲ ਮਨਾਉਂਦੇ ਹਾਂ, ਜਿਵੇਂ ਤੁਸੀਂ ਜਾਣਦੇ ਹੋ। ਔਰ ਅਸੀਂ ਇੱਕ ਤਾਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਦੂਸਰਾ ਬੱਚਿਆਂ ਨੂੰ ਇਨਵੋਲਵ ਕਰਦੇ ਹਾਂ ਅਸੀਂ ਨਾਲ। ਪੇਰੈਂਟਸ ਤਾਂ ਬੱਚੇ ਵੀ ਸਾਡੇ ਨਾਲ ਇਨਵੋਲਵ ਹੋਣ ਔਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਾਂ। ਸੋ ਜਿਹੜਾ ਇਹ ਆਪਣਾ ਹੁਣ 27 ਫਰਵਰੀ ਨੂੰ ਅਸੀਂ ਮਨਾ ਰਹੇ ਹਾਂ ਦਿਨ, ਇਹਦੇ ਵਿੱਚ ਵੀ ਅਸੀਂ ਐਤਕੀ ਜਿਸ ਤਰ੍ਹਾਂ ਥੋੜ੍ਹਾ ਜਿਹਾ ਚੇਂਜ ਕੀਤਾ। ਅਸੀਂ ਕੈਨੇਡਾ ਵਿੱਚ ਵੀ ਦੇਖਣਾ ਚਾਹੁੰਦੇ ਵੀ ਹੋਰ ਨਾ ਕੈਨੇਡਾ ਦੇ ਭਾਗਾਂ ਵਿੱਚ ਵੀ ਪੰਜਾਬੀ ਕਿਵੇਂ ਚੱਲ ਰਹੀ ਆ। ਇਸ ਲਈ ਅਸੀਂ ਇੱਕ ਸੱਜਣ ਜਿਹੜੇ ਪੰਜਾਬੀ 'ਚ ਕਾਫੀ ਇਨਵੋਲਵਡ ਆ ਔਰ ਪੰਜਾਬੀ ਦੇ ਸ਼ੁਭ ਚਿੰਤਕ ਆ, ਡਾਕਟਰ ਗੁਰਨਾਮ ਸਿੰਘ ਢਿੱਲੋਂ, ਉਹਨਾਂ ਨੂੰ ਇਨਵਾਈਟ ਕੀਤਾ। ਇਸੇ ਤਰ੍ਹਾਂ ਅਸੀਂ ਕੈਲਗਰੀ ਅਤੇ ਐਡਮਿੰਟ ਤੋਂ ਵੀ ਜਿਹੜੇ ਪੰਜਾਬੀ ਦੇ ਆਪਣੇ ਵਿਦਵਾਨ ਆ, ਉਹਨਾਂ ਨੂੰ ਇਨਵਾਈਟ ਕੀਤਾ। ਉਹਦੇ ਨਾਲ ਹੀ ਸਾਡੇ ਵੈਨਕੂਵਰ ਤੋਂ ਗੁਰਿੰਦਰ ਮਾਨ ਹੈ ਆਪਣਾ ਨੌਜਵਾਨ, ਜਿਹੜਾ UBC ਪੰਜਾਬੀ ਪੜ੍ਹਾਉਂਦਾ। ਸੋ ਇਹਨਾਂ ਦਾ ਪੰਜ ਬੰਦੇ ਜਿਹਨਾਂ ਦਾ ਪੈਨਲ ਹੋਊਗਾ ਔਰ ਇਹ ਡਿਸਕਸ ਕਰਨਗੇ ਵੀ ਪੰਜਾਬੀ ਦੀ ਕੀ ਹਾਲਤ ਹੈ, ਕਿਵੇਂ ਪੰਜਾਬੀ ਚੱਲ ਰਹੀ ਆਲ ਓਵਰ ਕੈਨੇਡਾ। ਇਸ ਦੇ ਨਾਲ ਹੀ ਅਸੀਂ ਫੋਕਸ ਲੋਕਲ 'ਤੇ ਵੀ ਕਰ ਰਹੇ ਹਾਂ। ਸਾਡੀ ਇੱਕ ਲੜਕੀ ਆ, ਟੀਚਰ ਵੀ ਆ ਆਪਣੀ LA ਮੈਥੀਸਨ 'ਚ, ਪ੍ਰਭਜੋਤ ਕੌਰ ਆ, ਅਤੇ ਉਹ ਪਹਿਲਾਂ ਆਪਣੇ ਅਪਡੇਟ ਦਊਗੀ ਵੀ ਕਿਵੇਂ ਉਹ LA ਮੈਥੀਸਨ ਬਹੁਤ ਕੁਛ ਕਰ ਰਿਹਾ ਪੰਜਾਬੀ। ਹਰ ਸਾਲ ਉਹ ਆਪਣਾ ਬੱਚਿਆਂ ਨੂੰ ਇਨਾਮ ਵਗੈਰਾ ਵੀ ਦਿੰਦੇ ਆ, ਆਪਣੇ ਟਾਹਾਂ ਪ੍ਰਾਈਜ਼ ਆ ਉਹਨੂੰ ਵੀ ਪ੍ਰਮੋਟ ਕਰਦੇ ਆ। ਸੋ ਪ੍ਰਭਜੋਤ ਸ਼ੁਰੂ ਕਰੂਗੀ। ਉਸ ਦੇ ਨਾਲ ਉਸ ਤੋਂ ਬਾਅਦ ਮੈਂ ਅਤੇ ਸਾਧੂ ਅਸੀਂ ਪੰਜਾਬੀ ਦੀ ਜਿਹੜੀ ਅਪਡੇਟ ਆ ਇੱਥੇ BC ਵਿੱਚ ਉਹ ਦੇਵਾਂਗੇ। ਅਤੇ ਉਦੋਂ ਬਾਅਦ ਫਿਰ ਪੈਨਲ ਹੋਊਗਾ, ਅਤੇ ਜਿੱਦਾਂ ਬਾਕੀ ਬਾਅਦ 'ਚ ਬੱਚੇ ਹੋਣਗੇ, ਅਸੀਂ ਬੱਚਿਆਂ ਨੂੰ ਵੀ ਕਾਫੀ ਇਨਵੋਲਵ ਕੀਤਾ। ਬੱਚੇ ਆਪਣੀਆਂ ਕਵਿਤਾਵਾਂ, ਐਸੇ ਅਤੇ ਕਹਾਣੀਆਂ ਉਹ ਸੰਗਤਾਂ ਨਾਲ ਸਾਂਝੀ ਕਰਨਗੇ। ਲੇਕਿਨ ਇਸ ਸਾਲ ਕਿਉਂਕਿ ਕਰੋਨਾ ਵਾਇਰਸ ਆ, ਇਸ ਕਰਕੇ ਜਿੱਦਾਂ ਥੋੜ੍ਹਾ ਜਿਹਾ ਡਿਫਰੈਂਟ ਫਾਰਮੈਟ ਆ, ਇਹ ਹੈਗਾ ਆ ਆਪਣਾ ਜ਼ੂਮ 'ਤੇ। ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਆਪਣੇ ਭੈਣਾਂ ਭਰਾਵਾਂ ਬੱਚਿਆਂ ਨੂੰ ਵੀ ਤੁਸੀਂ ਜ਼ੂਮ 'ਤੇ ਉਸ ਦਿਨ ਸਾਡੇ ਨਾਲ ਜੁਆਇਨ ਹੋਵੋ। ਔਰ ਉਹ ਜਿਹੜਾ ਲਿੰਕ ਆ ਸਾਨੂੰ ਫੋਨ ਕਰੋ, ਅਸੀਂ ਲਿੰਕ ਤੁਹਾਨੂੰ ਭੇਜ ਦੇਵਾਂਗੇ। ਜਿਹੜਾ ਲਿੰਕ ਤਿਆਰ ਹੋ ਗਿਆ, ਮੇਰਾ ਨੰਬਰ ਆ
604 836 9976 604 836 8976 ਅਤੇ ਸਾਧੂ ਵਿਨੰਗ ਹੋਣਾ ਦਾ ਨੰਬਰ ਆ 778 773 1886 778 773 1886। ਅਸੀਂ ਉਦੋਂ ਜਦ ਲਿੰਕ ਰੈਡੀ ਹੋ ਗਿਆ ਅਸੀਂ ਲਿੰਕ ਭੇਜਾਂਗੇ। ਅਸੀਂ ਚਾਹੁੰਦੇ ਹਾਂ ਕਿ ਵੀ ਜਿੰਨੀ ਵੀ ਜ਼ਿਆਦਾ ਸ਼ਮੂਲੀਅਤ ਹੋ ਸਕਦੀ ਆ ਆਪਣੇ ਪੰਜਾਬੀ ਭੈਣਾਂ ਭਰਾਵਾਂ ਦੀ ਉਹ ਹੋਵੇ। ਬਾਕੀ ਤੁਸੀਂ ਕੁਐਸਚਨ ਰੇਜ਼ ਕੀਤਾ ਪੰਜਾਬੀ ਦੇ ਫਾਇਦੇ ਕੀ ਆ। ਅਸੀਂ ਹਰ ਇੱਕ ਜ਼ਬਾਨ ਦੀ ਰਿਸਪੈਕਟ ਕਰਦੇ ਹਾਂ, ਲੇਕਿਨ ਅਸੀਂ ਪੰਜਾਬੀ ਲਈ ਵਚਨਬੱਧ ਹਾਂ। ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਨੂੰ, ਕਿਉਂਕਿ ਹੁਣ ਦੇਖੋ ਗੁਰਦੁਆਰਿਆਂ ਵਿੱਚ, ਖਾਲਸਾ ਸਕੂਲਾਂ ਵਿੱਚ, ਸਿੱਖ ਅਕੈਡਮੀਆਂ ਵਿੱਚ ਕਾਫੀ ਪੰਜਾਬੀ ਪ੍ਰਮੋਟ ਕੀਤੀ ਜਾ ਰਹੀ ਹੈ, ਲੇਕਿਨ ਜਿਹੜਾ ਸਾਡਾ ਪਲੀਡ ਆ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦਾ ਪਹਿਲਾਂ ਤੋਂ ਹੀ, ਅਸੀਂ ਚਾਹੁੰਦੇ ਹਾਂ ਜਿਹੜੇ ਪਬਲਿਕ ਸਕੂਲਸ ਆ, ਪਬਲਿਕ ਯੂਨੀਵਰਸਿਟੀਜ਼ ਆ, ਇੱਥੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਦਾ ਹੱਕ ਮਿਲੇ, ਔਰ ਉਹ ਮਿਲਿਆ ਵੀ ਆ। ਇਸ ਵੇਲੇ ਸਾਰੀ ਜਿਵੇਂ 8 ਸਕੂਲ ਆ ਹਾਈ ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ, ਇਸੇ ਤਰ੍ਹਾਂ 5-6 ਐਲੀਮੈਂਟਰੀ ਸਕੂਲ ਆ, ਨਿਊ ਵੈਸਟਮਿੰਸਟਰ ਇੱਕ ਮਿਡਲ ਸਕੂਲ ਆ, ਕੁਈਨਸਬਰੋ ਮਿਡਲ ਸਕੂਲ ਅਤੇ ਵੈਸਟਮਿੰਸਟਰ ਹਾਈ ਸਕੂਲ, ਉੱਥੇ ਪੰਜਾਬੀ ਬਹੁਤ ਕਈਆਂ ਸਾਲਾਂ ਤੋਂ ਚੱਲ ਰਹੀ ਆ। ਨਾਰਥ ਡੈਲਟਾ ਵਿੱਚ ਪੰਜਾਬੀ ਆ, ਬਰਨਵੀ ਸਾਊਥ ਸੈਕੰਡਰੀ 'ਚ, ਇਸੇ ਤਰ੍ਹਾਂ ਐਵਰਸਫੋਰਡ ਆ 5-6 ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ। ਸੋ ਕਾਫੀ ਹੋ ਰਹੀ ਹੈ ਤਰੱਕੀ। ਜਿਹਦੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਖਬਰ ਐਡਮਿੰਟਨ ਸ਼ਹਿਰ ਤੋਂ ਹੈ ਦੋਸਤੋ। ਐਡਮਿੰਟਨ ਸ਼ਹਿਰ ਦੀ ਜਿਹੜੀ ਪੁਲਿਸ ਸਰਵਿਸ ਆ, ਉਹਨਾਂ ਨੇ ਇੱਕ ਹੈਲੀਕਾਪਟਰ 1980 ਦਾ ਬਣਿਆ ਹੈ, 1993 ਵਿੱਚ ਖਰੀਦਿਆ ਸੀਗਾ। ਔਰ ਬੜੀ ਹੈਰਾਨੀ ਹੋਈ ਜਦੋਂ ਇਹ ਖਬਰ ਜੀ CBC ਵਾਲਿਆਂ ਨੇ ਬਾਹਰ ਲਿਆਂਦੀ ਗੱਲ। ਕਿਸੇ ਨੂੰ ਪਤਾ ਹੀ ਨਹੀਂ ਹੈ ਵੀ ਉਹ ਇੱਕ ਪਲੇਨ ਜਿਹੜਾ ਸੈਸਨਾ ਪਲੇਨ ਆ ਉਹ ਐਡਮਿੰਟਨ ਪੁਲਿਸ ਸਰਵਿਸ ਵਾਲਿਆਂ ਕੋਲ ਹੈਗਾ ਆ। ਔਰ ਜਿਉਂ-ਜਿਉਂ ਗੱਲ ਗਾਂਹ ਚੱਲੀ, ਕਿਉਂਕਿ ਇੱਕ ਕਾਉਂਸਲਰ ਆ ਮਾਈਕਲ ਜੈਨਜ਼, ਉਹਨਾਂ ਨੂੰ ਇੱਕ ਕੰਪਲੇਂਟ ਆਈ ਉਹਨਾਂ ਦੇ ਕੰਸਟੀਚੂਐਂਟ ਵੱਲੋਂ, ਅਤੇ ਉਹਨਾਂ ਨੇ ਇਹ ਗੱਲ ਜਦੋਂ ਗਾਂਹ ਤੋਰੀ ਤਾਂ ਫਿਰ ਪਤਾ ਲੱਗਾ ਕਿ ਐਡਮਿੰਟਨ ਪੁਲਿਸ ਸਰਵਿਸ ਕੋ ਇੱਕ ਸੈਸਨਾ ਪਲੇਨ ਆ 1980 ਦਾ ਬਣਿਆ, ਫਿਕਸਡ ਵਿੰਗਸ ਵਾਲਾ। ਅੱਛਾ, ਉਦੋਂ ਬਾਅਦ ਜਦੋਂ ਉਹ ਥੋੜ੍ਹੀ ਗੱਲ ਬਾਹਰ ਨਿਕਲੀ ਅਤੇ ਪੁਲਿਸ ਵਾਲਿਆਂ ਨੇ, ਇਹ ਪਿਛਲੇ ਨਵੰਬਰ ਦੀ ਗੱਲ ਹੈ ਜੀ, ਫਿਰ ਨਵੰਬਰ ਦੇ ਵਿੱਚ ਪੁਲਿਸ ਵਾਲਿਆਂ ਦੇ ਜਿਹੜਾ ਕੋਈ ਵਿਅਕਤੀ ਸੀ ਉਹ ਜਾ ਕੇ ਮੇਅਰ ਦੇ ਦਫ਼ਤਰ, ਮੇਅਰ ਨੂੰ ਮਿਲਿਆ। ਉਹ ਕਹਿੰਦਾ ਜੀ ਵੀ ਇਹ ਜਿਹੜੀ ਗੱਲਬਾਤ ਆ ਇਹ ਕੌਨਫੀਡੈਂਸ਼ੀਅਲ ਆ। ਅਤੇ ਮਾਈਕਲ ਜੈਨਜ਼ ਨੂੰ ਲੱਗਾ ਕਿ ਸ਼ਾਇਦ ਉਹਨੇ ਜਿਹੜੀ ਗੱਲ ਕੀਤੀ ਆ ਉਹਦੇ ਨਾਲ ਉਹ ਕੌਨਫੀਡੈਂਸ਼ੀਅਲਿਟੀ ਟੁੱਟ ਗਈ। ਪਰ ਉਹ ਕਹਿੰਦਾ ਵੀ ਇਹ ਗੱਲ ਤਾਂ ਹੈ ਵੀ ਲੋਕਾਂ ਦੇ ਪੈਸੇ ਨੇ, ਲੋਕਾਂ ਦੇ ਪੈਸਿਆਂ ਨਾਲ ਉਹ ਚੀਜ਼ ਲਈ ਗਈ ਆ, ਤਾਂ ਇਹ ਕਿਵੇਂ ਹੋ ਗਿਆ ਵੀ ਕੌਨਫੀਡੈਂਸ਼ੀਅਲ ਹੋਵੇ। ਫਿਰ ਗੱਲ ਚੱਲਦੀ ਚੱਲਦੀ ਜੀ ਇੱਕ ਕਾਉਂਸਲਰ ਜਿਹੜਾ ਪਹਿਲਾਂ ਰਿਹਾ ਆ ਕਾਉਂਸਲਰ 1992 ਤੋਂ ਲੈ ਕੇ 2004 ਤੱਕ, ਐਲਨ ਬੋਲਸਟੈਡ, ਉਹਦੇ ਕੋਲ ਵੀ ਪਹੁੰਚੀ। ਜਦੋਂ ਉਹਨੂੰ ਕੋਈ ਗੱਲ ਪਹੁੰਚੀ ਤਾਂ ਉਹ ਕਹਿੰਦਾ ਜੀ ਵੀ ਸਾਨੂੰ ਤਾਂ ਆਪ ਨਹੀਂ ਕੋਈ ਖਬਰ ਵੀ ਕੋਈ ਪਲੇਨ ਖਰੀਦਿਆ ਗਿਆ, ਕਿਉਂਕਿ ਉਹ ਕਹਿੰਦਾ 1993 ਦੇ ਵਿੱਚ ਤਾਂ ਰਾਲਫ ਕਲਾਈਨ ਜਦੋਂ ਪ੍ਰੀਮੀਅਰ ਬਣੇ ਨੇ ਅਲਬਰਟਾ ਦੇ, ਅਤੇ ਉਹਨਾਂ ਨੇ ਕੱਟਬੈਕਸ ਲਾ ਦਿੱਤੇ ਸੀਗੇ, ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਘਟਾਤੀਆਂ ਸੀਗੀਆਂ, ਨੌਕਰੀਆਂ, ਲੇ ਆਫ ਹੋ ਗਏ ਸੀ ਲੋਕ। ਅਤੇ ਉਹ ਕਹਿੰਦਾ ਵੀ ਅਸੀਂ ਤਾਂ ਸਾਰੇ ਉਸ ਵੇਲੇ ਤਿਆਰੀ ਇਹ ਕਰ ਰਹੇ ਸੀਗੇ ਵੀ ਬੈਲਟ ਟਾਈਟਨ ਅਪ ਕਰਨ ਵਾਲੀ ਗੱਲ, ਵੀ ਖਰਚੇ ਘਟਾਓ, ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਪੈਸੇ ਨਹੀਂ ਦੇ ਰਹੀ। ਅਤੇ ਇਹ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਇਹ ਜਹਾਜ਼ ਖਰੀਦਿਆ ਜਾਣਾ, ਉਹ ਕਹਿੰਦਾ ਵੀ ਮੈਨੂੰ ਤਾਂ ਆਪ ਨਹੀਂ ਇਸ ਗੱਲ ਦੀ ਖਬਰ, ਜੇ ਪਤਾ ਹੁੰਦਾ ਤਾਂ ਕਹਿੰਦਾ ਜ਼ਰੂਰ ਡਿਸਕਸ ਹੁੰਦਾ। ਅਤੇ ਉਹ ਪੁਲਿਸ ਦੀ ਜਿਹੜੀ ਰਿਪਰੈਜ਼ੈਂਟੇਟਿਵ ਆ ਜੀ ਸ਼ੈਰਲ ਸ਼ੈਪਰਡ, ਉਹਦਾ ਕਹਿਣਾ ਆ ਵੀ ਇਹਦਾ ਕਿਉਂਕਿ ਏਅਰਕ੍ਰਾਫਟ ਦਾ ਕੋਵਿਡ ਨੇਚਰ ਹੋਣ ਕਰਕੇ ਇਹ ਜਿਹੜੀ ਇਹਦੇ ਬਾਰੇ ਗੱਲਬਾਤ ਜਿਹੜੀ ਸੀਗੀ ਉਹ ਕਲੋਜ਼ ਡੋਰ ਮੀਟਿੰਗ ਜਿਹੜੀ ਹੈਗਾ ਪੁਲਿਸ ਕਮਿਸ਼ਨ ਉਹਨਾਂ ਦੇ ਨਾਲ ਕੀਤੀ ਜਾਂਦੀ ਸੀ, ਹੋਰ ਕਿਸੇ ਨੂੰ ਨਹੀਂ ਸੀ ਪਤਾ। ਅਤੇ ਐਲਨ ਬੋਲਸਟੈਡ ਇਸ ਗੱਲ 'ਤੇ ਉਹ ਕਹਿੰਦੇ ਜੀ ਵੀ ਇਹ ਗੱਲ ਤਾਂ ਠੀਕ ਨਹੀਂ ਹੈ, ਹੁਣ ਐਡਮਿੰਟਨ ਪੁਲਿਸ ਨੂੰ ਇਹ ਗੱਲ ਐਕਸਪਲੇਨ ਕਰਨੀ ਪਏਗੀ। ਉਹ ਕਹਿੰਦੇ ਵੀ ਲੋਕਾਂ ਦਾ ਪੈਸਾ, ਲੋਕਾਂ ਦੇ ਪੈਸੇ ਦੇ ਨਾਲ ਸਾਰਾ ਕੰਮਕਾਰ ਹੁੰਦਾ, ਅਤੇ ਜੇ ਅਸੀਂ ਲੋਕਾਂ ਤੋਂ ਹੀ ਲੁਕੋ ਕੇ ਰੱਖੀ ਹੋਈ ਆ ਗੱਲ ਤਾਂ ਕੋਈ ਬਾਹਲੀ ਵਧੀਆ ਨਹੀਂ।
ਉਧਰ ਦੂਸਰੇ ਪਾਸੇ ਮਾਈਕਲ ਜੈਨਸ ਨੇ ਜਦੋਂ ਕੌਨਫੀਡੈਂਸ਼ੀਅਲਿਟੀ ਵਾਲੀ ਗੱਲ ਦੱਸੀ ਤੇ ਉਹ ਕਹਿੰਦਾ ਜੀ ਵੀ ਜਦੋਂ ਮੇਅਰ ਨੂੰ ਇਹ ਗੱਲ ਪੁੱਛੀ ਗਈ ਵੀ ਇਹ ਗੱਲਬਾਤ ਕੌਨਫੀਡੈਂਸ਼ੀਅਲ, ਤਾਂ ਮੇਅਰ ਨੇ ਉਸ ਵੇਲੇ ਮਾਈਕਲ ਜੈਨਸ ਹੋਰਾਂ ਨੂੰ ਡਿਫੈਂਡ ਕੀਤਾ ਔਰ ਉਹ ਇਸ ਗੱਲ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਕਰਦਾ ਵੀ ਵਧੀਆ ਗੱਲ ਕੀਤੀ ਆ ਉਹਨਾਂ ਨੇ ਵੀ ਇਹ ਜਿਹੜੀ ਏਡੀ ਕੌਨਫੀਡੈਂਸ਼ੀਅਲਿਟੀ ਆ ਇਹਨੂੰ ਪਾਸੇ ਕਰਨਾ ਚਾਹੀਦਾ ਔਰ ਲੋਕਾਂ ਦੇ ਸਾਹਮਣੇ ਸਾਰੀ ਗੱਲ ਲਿਆਉਣੀ ਚਾਹੀਦੀ ਆ ਵੀ ਇਹ ਪਲੇਨ ਕਦੋਂ ਵਰਤਿਆ ਜਾਂਦਾ, ਕਿੰਨੇ ਘੰਟੇ ਵਰਤਿਆ ਜਾਂਦਾ ਆ ਤੇ ਇਹਦੀ ਸਰਵਿਸ ਤੇ ਖਰਚਾ ਵਰਚਾ ਕਿੰਨਾ ਆਉਂਦਾ ਹੈਗਾ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਦੋਸਤੋ, ਐਡਮਿੰਟਨ ਹੀ ਇੱਕ ਅਜਿਹੀ ਮਿਊਨਿਸਪੈਲਿਟੀ ਹੈਗੀ ਆ ਜਿਨ੍ਹਾਂ ਕੋਲ ਇੱਕ ਇਹ ਫਿਕਸਡ ਸੈਸਨਾ ਵਿੰਗ ਪਲੇਨ ਆ ਤੇ 2 ਹੈਲੀਕਾਪਟਰ ਆ। ਹੋਰ ਕਈ ਹੈਗੀਆਂ ਜੀ ਜਿਨ੍ਹਾਂ ਕੋਲ ਇੱਕ ਅੱਧਾ ਪਲੇਨ ਹੋਏਗਾ, ਪਰ ਇਹਨਾਂ ਕੋਲ ਇੱਕ ਫਿਕਸਡ ਵਿੰਗ ਪਲੇਨ ਤੇ 2 ਹੈਲੀਕਾਪਟਰ ਨੇ। ਸੋ ਹੁਣ ਇਹ ਗੱਲ ਜਿਹੜੀ ਹੈ ਜੀ ਦੇਖੋ ਕਿੱਧਰ ਨੂੰ ਜਾਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਜਿੱਥੇ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।